ਸਤਿ ਸ਼੍ਰੀ ਅਕਾਲ ਸਾਰੇ ਵਿਦਿਆਰਥੀਆਂ ਨੂੰ। ਅੱਜ ਦੇ ਲੈਕਚਰ ਦੇ ਵਿੱਚ ਅਸੀਂ ਸਮਾਜ ਵਿਗਿਆਨ ਦੇ ਮਨੋਵਿਗਿਆਨ ਨਾਲ ਸੰਬੰਧ ਬਾਰੇ ਗੱਲ ਕਰਾਂਗੇ। ਇਹ ਇੱਕ ਇੰਪੋਰਟੈਂਟ ਕੁਐਸਚਨ ਹੈ, ਐਗਜ਼ਾਮ ਦੇ ਵਿੱਚ ਜ਼ਿਆਦਾਤਰ ਪੁੱਛ ਲਿਆ ਜਾਂਦਾ ਹੈ। ਰਿਲੇਸ਼ਨ ਆਫ ਸੋਸ਼ੋਲੋਜੀ ਵਿਦ ਸਾਈਕੋਲੋਜੀ। ਲੈਕਚਰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਇੱਕ ਰਿਕੁਐਸਟ ਹੈ, ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਹਾਂਜੀ, ਅਸੀਂ ਦੇਖਦੇ ਹਾਂ ਸਮਾਜ ਵਿਗਿਆਨ ਅਤੇ ਮਨੋਵਿਗਿਆਨ ਦੇ ਆਪਸ ਦੇ ਵਿੱਚ ਕੀ ਸੰਬੰਧ ਹਨ। ਇਹਨਾਂ ਦੇ ਆਪਸ ਵਿੱਚ ਸੰਬੰਧਾਂ ਬਾਰੇ ਜਾਣਨ ਤੋਂ ਪਹਿਲਾਂ ਸਾਡੇ ਲਈ ਜ਼ਰੂਰੀ ਹੈ ਕਿ ਅਸੀਂ ਇਹਨਾਂ ਦੋਨਾਂ ਸਮਾਜਿਕ ਵਿਗਿਆਨਾਂ ਦੇ ਵਿਸ਼ਾ ਵਸਤੂ ਨੂੰ ਸਮਝ ਲਈਏ। ਮਨੋਵਿਗਿਆਨ ਮਨੁੱਖ ਦੇ ਮਾਨਸਿਕ ਵਿਚਾਰਾਂ ਅਤੇ ਅਨੁਭਵਾਂ ਦਾ ਅਧਿਐਨ ਕਰਦਾ ਹੈ। ਇਸ ਵਿਗਿਆਨ ਵਿੱਚ ਅਧਿਐਨ ਦਾ ਕੇਂਦਰੀ ਬਿੰਦੂ ਵਿਅਕਤੀ ਹੁੰਦਾ ਹੈ ਅਤੇ ਵਿਅਕਤੀ ਦੀਆਂ ਮਾਨਸਿਕ ਕਿਰਿਆਵਾਂ ਅਤੇ ਵਤੀਰੇ ਨੂੰ ਸਮਝਣ ਦਾ ਯਤਨ ਉਸ ਦੀ ਸਮਾਜਿਕ ਪ੍ਰਸਥਿਤੀਆਂ ਦੇ ਆਧਾਰ 'ਤੇ ਨਹੀਂ, ਸਗੋਂ ਤੰਤੂ ਗ੍ਰੰਥੀ ਪ੍ਰਣਾਲੀ ਦੇ ਆਧਾਰ 'ਤੇ ਕੀਤਾ ਜਾਂਦਾ ਹੈ। ਇਸ ਦਾ ਉਦੇਸ਼ ਮਨੁੱਖ ਦੇ ਵਿਵਹਾਰ ਅਤੇ ਮਾਨਸਿਕ ਕਿਰਿਆਵਾਂ ਨਾਲ ਸੰਬੰਧਿਤ ਨਿਯਮਾਂ ਦਾ ਪਤਾ ਲਗਾਉਣਾ ਹੈ। ਇਸ ਦੇ ਅੰਤਰਗਤ ਵਿਅਕਤੀ ਦੇ ਮਨ ਅਤੇ ਮਾਨਸਿਕ ਪ੍ਰਕਿਰਿਆਵਾਂ ਜਿਵੇਂ ਕਿ ਯਾਦਦਾਸ਼ਤ, ਸੂਝ ਦੀ ਤੀਖਣਤਾ, ਇੰਟੈਲੀਜੈਂਸੀ, ਸਿੱਖਿਆ, ਪ੍ਰਤੱਖ ਗਿਆਨ, ਭਾਵਨਾਵਾਂ, ਰਵੱਈਏ, ਪ੍ਰੇਰਨਾਵਾਂ, ਸੁਝਾਅ, ਹਮਦਰਦੀ ਆਦਿ ਤੱਤਾਂ ਦਾ ਅਧਿਐਨ ਕੀਤਾ ਜਾਂਦਾ ਹੈ। ਮਨੁੱਖ ਦੀਆਂ ਇਹ ਸਭ ਮਾਨਸਿਕ ਕਿਰਿਆਵਾਂ ਉੱਗੜ ਦੁੱਗੜ ਨਹੀਂ ਰਹਿੰਦੀਆਂ, ਸਗੋਂ ਹੌਲੀ ਹੌਲੀ ਇੱਕ ਨਿਸ਼ਚਿਤ ਪੈਟਰਨ ਵਿੱਚ ਸੰਗਠਿਤ ਹੋ ਜਾਂਦੀਆਂ ਹਨ। ਇਹਨਾਂ ਸਮਾਜਿਕ ਪ੍ਰਕਿਰਿਆਵਾਂ ਦਾ ਜਾਂ ਲੱਛਣਾਂ ਦੇ ਇਸ ਸੰਗਠਨ ਨੂੰ ਹੀ ਵਿਅਕਤਿਤਵ ਪਰਸਨੈਲਿਟੀ ਕਿਹਾ ਜਾਂਦਾ ਹੈ। ਇਸ ਪ੍ਰਕਾਰ ਅਸੀਂ ਦੇਖਦੇ ਹਾਂ ਕਿ ਮਨੋਵਿਗਿਆਨ ਤਾਂ ਅਸਲ ਵਿੱਚ ਵਿਅਕਤਿਤਵ ਵਿਵਸਥਾ ਪਰਸਨੈਲਿਟੀ ਸਿਸਟਮ ਦਾ ਅਧਿਐਨ ਕਰਦੀ ਹੈ। ਮਨੋਵਿਗਿਆਨ ਦੀ ਇੱਕ ਸ਼ਾਖਾ ਸਮਾਜਿਕ ਮਨੋਵਿਗਿਆਨ ਸੋਸ਼ਲ ਸਾਈਕੋਲੋਜੀ ਹੈ, ਜਿਸ ਦਾ ਜਨਮ ਇਸ ਸੱਚਾਈ ਨੂੰ ਅਨੁਭਵ ਕਰਨ ਦੇ ਫਲਸਰੂਪ ਹੋਇਆ ਕਿ ਮਾਨਸਿਕ ਪ੍ਰਕਿਰਿਆਵਾਂ ਹਰੇਕ ਪੈਰ 'ਤੇ ਵਿਅਕਤੀ ਦੀਆਂ ਅੰਤਰਕਿਰਿਆਵਾਂ ਅਤੇ ਸਮਾਜਿਕ ਵਾਤਾਵਰਣ ਦੁਆਰਾ ਪ੍ਰਭਾਵਿਤ ਅਤੇ ਨਿਸ਼ਚਿਤ ਹੁੰਦੀਆਂ ਹਨ। ਦੂਜੇ ਪਾਸੇ ਇਹ ਸਮਾਜਿਕ ਸ਼ਕਤੀਆਂ ਅਤੇ ਅੰਤਰਕਿਰਿਆਵਾਂ ਵਿਅਕਤੀ ਦੇ ਵਿਵਹਾਰ ਦੀ ਉਪਜ ਹਨ। ਇਸ ਤਰ੍ਹਾਂ ਸਮਾਜਿਕ ਮਨੋਵਿਗਿਆਨ ਸਮੂਹਿਕ ਪ੍ਰਸਥਿਤੀਆਂ ਵਿੱਚ ਵਿਅਕਤੀ ਦੇ ਵਿਵਹਾਰ ਦਾ ਅਧਿਐਨ ਕਰਦਾ ਹੈ। ਹਾਂਜੀ, ਇਸ ਤੋਂ ਇਲਾਵਾ ਸਮਾਜ ਵਿਗਿਆਨ ਅਸੀਂ ਦੇਖਦੇ ਹਾਂ। ਮਨੋਵਿਗਿਆਨ ਦਾ ਸਾਨੂੰ ਪਤਾ ਚੱਲ ਗਿਆ ਵਿਸ਼ਾ ਵਸਤੂ ਕੀ ਹੈ। ਸਮਾਜ ਵਿਗਿਆਨ ਸਮੂਹਾਂ ਵਿੱਚ ਮਨੁੱਖੀ ਵਤੀਰੇ ਦਾ ਅਧਿਐਨ ਕਰਦਾ ਹੈ। ਜਿਨਸ ਵਰਗ ਦੇ ਸ਼ਬਦਾਂ ਵਿੱਚ ਸਮਾਜ ਵਿਗਿਆਨ ਮਨੁੱਖੀ ਅੰਤਰਕਿਰਿਆਵਾਂ ਅਤੇ ਅੰਤਰ ਸੰਬੰਧਾਂ ਦੀਆਂ ਉਹਨਾਂ ਕਿਰਿਆਵਾਂ ਅਤੇ ਪਰਿਣਾਮਾਂ ਦਾ ਅਧਿਐਨ ਕਰਦਾ ਹੈ। ਇਸ ਤਰ੍ਹਾਂ ਸਮਾਜ ਵਿਗਿਆਨ ਵਿੱਚ ਅਸੀਂ ਸਮਾਜਿਕ ਸੰਬੰਧਾਂ ਦੀ ਵਿਵਸਥਾ ਦਾ ਸਮਾਜ ਦਾ ਵਿਗਿਆਨਿਕ ਅਧਿਐਨ ਕਰਦੇ ਹਾਂ। ਸਮਾਜ ਵਿਗਿਆਨ ਅਤੇ ਮਨੋਵਿਗਿਆਨ ਦੇ ਵਿਸ਼ੇ ਵਸਤੂ 'ਤੇ ਵਿਚਾਰ ਕਰਨ ਤੋਂ ਬਾਅਦ ਅਸੀਂ ਇਸ ਸਿੱਟੇ 'ਤੇ ਪੁੱਛਦੇ ਹਾਂ ਕਿ ਮਨੋਵਿਗਿਆਨ ਵਿਅਕਤੀ ਦਾ ਅਧਿਐਨ ਹੈ। ਸਮਾਜਿਕ ਮਨੋਵਿਗਿਆਨ ਵਿਅਕਤੀ ਦੇ ਸਮੂਹ ਦੇ ਮੈਂਬਰ ਦੇ ਰੂਪ ਵਿੱਚ ਅਧਿਐਨ ਕਰਦਾ ਹੈ ਅਤੇ ਸਮਾਜ ਵਿਗਿਆਨ ਵਿੱਚ ਸਮਾਜਿਕ ਸੰਬੰਧਾਂ ਦੀ ਵਿਵਸਥਾ ਦਾ ਅਧਿਐਨ ਕੀਤਾ ਜਾਂਦਾ ਹੈ। ਇਹਨਾਂ ਪਰਿਭਾਸ਼ਾਵਾਂ ਤੋਂ ਸਪਸ਼ਟ ਹੈ ਕਿ ਸਮਾਜਿਕ ਮਨੋਵਿਗਿਆਨ ਵਿਅਕਤਿਤਵ ਅਤੇ ਸਮਾਜ ਦੇ ਵਿੱਚ ਵਿਦਵਾਨ ਅੰਤਰ ਸੰਬੰਧਾਂ ਵਿੱਚ ਦਿਲਚਸਪੀ ਲੈਂਦਾ ਹੈ। ਇਸ ਪੱਖ ਤੋਂ ਸਮਾਜਿਕ ਮਨੋਵਿਗਿਆਨ ਨੂੰ ਸਮਾਜ ਵਿਗਿਆਨ ਅਤੇ ਮਨੋਵਿਗਿਆਨ ਵਿੱਚ ਕੜੀ ਆਖਿਆ ਜਾਂਦਾ ਹੈ, ਕਿਉਂਕਿ ਜਦੋਂ ਸਮਾਜਿਕ ਮਨੋਵਿਗਿਆਨ ਵਿਅਕਤਿਤਵ ਨੂੰ ਪ੍ਰਭਾਵਿਤ ਕਰਨ ਵਾਲੀਆਂ ਸਮਾਜਿਕ ਪਰਿਸਥਿਤੀਆਂ ਦਾ ਅਧਿਐਨ ਕਰਦਾ ਹੈ, ਤਦ ਉਹ ਸਮਾਜ ਵਿਗਿਆਨ ਦੀ ਇੱਕ ਸ਼ਾਖਾ ਬਣ ਜਾਂਦਾ ਹੈ। ਦੂਜੇ ਪਾਸੇ ਜਦੋਂ ਸਮਾਜਿਕ ਮਨੋਵਿਗਿਆਨ ਸਮਾਜਿਕ ਪਰਿਸਥਿਤੀਆਂ ਦਾ ਅਧਿਐਨ ਕਰਦਾ ਹੈ, ਮਾਨਸਿਕ ਪਰਿਸਥਿਤੀਆਂ ਦਾ ਅਧਿਐਨ ਕਰਦਾ ਹੈ, ਤਾਂ ਉਹ ਮਨੋਵਿਗਿਆਨ ਦੀ ਸ਼ਾਖਾ ਬਣ ਜਾਂਦਾ ਹੈ। ਇਸ ਤਰ੍ਹਾਂ ਸਪਸ਼ਟ ਹੋ ਜਾਂਦਾ ਹੈ ਸਮਾਜ ਵਿਗਿਆਨ ਅਤੇ ਮਨੋਵਿਗਿਆਨ ਵਿੱਚ ਗੂੜ੍ਹਾ ਸੰਬੰਧ ਹੈ, ਕਿਉਂਕਿ ਇਹਨਾਂ ਦੋਨਾਂ ਵਿਗਿਆਨਾਂ ਦੇ ਵਿਸ਼ੇ ਵਸਤੂ ਆਪਸ ਵਿੱਚ ਬਹੁਤ ਉਲਝੇ ਹੋਏ ਹਨ। ਇਹਨਾਂ ਵਿੱਚੋਂ ਕਿਸੇ ਇੱਕ ਨੂੰ ਦੂਜੇ ਤੋਂ ਵੱਖਰਾ ਨਹੀਂ ਕੀਤਾ ਜਾ ਸਕਦਾ।
ਵਿਅਕਤੀ ਅਤੇ ਸਮਾਜ ਸਮਾਜਿਕ ਜੀਵਨ ਦੇ 2-3 ਪਹਿਲੂ ਹਨ। ਸਮਾਜ ਤਾਂ ਉਹਨਾਂ ਸਮਾਜਿਕ ਸੰਬੰਧਾਂ ਦਾ ਜਾਲ ਹੈ ਜਿਨ੍ਹਾਂ ਨੂੰ ਵਿਅਕਤੀ ਮਿਲ ਕੇ ਬਣਾਉਂਦਾ ਹੈ ਅਤੇ ਸਮਾਜ ਦੀ ਹੋਂਦ ਮਨੁੱਖ ਕਰਕੇ ਹੈ। ਇਸੇ ਤਰ੍ਹਾਂ ਸਮਾਜ ਤੋਂ ਅਲੱਗ ਵਿਅਕਤੀ ਇੱਕ ਪਸ਼ੂ ਸਮਾਨ ਹਨ। ਮਨੁੱਖ ਦੇ ਰੂਪ ਵਿੱਚ ਜੀਵਨ ਬਤੀਤ ਕਰਨ ਦੇ ਲਈ ਸਮਾਜ ਬਹੁਤ ਜ਼ਰੂਰੀ ਹੈ। ਇੱਕ ਜਾਂ ਕੁਝ ਵਿਸ਼ੇਸ਼ ਲੋੜਾਂ ਨੂੰ ਪੂਰਾ ਕਰਨ ਲਈ ਜਾਂ ਆਪਣੀਆਂ ਪ੍ਰਵਿਰਤੀਆਂ ਦੇ ਕਾਰਨ ਮਨੁੱਖ ਸਮਾਜ ਵਿੱਚ ਨਹੀਂ ਰਹਿੰਦਾ, ਬਲਕਿ ਅਸਲ ਵਿੱਚ ਸਮਾਜ ਵਿੱਚ ਰਹੇ ਬਿਨਾਂ ਉਸ ਦੇ ਵਿਅਕਤੀਤਵ ਦਾ ਵਿਕਾਸ ਨਹੀਂ ਹੋ ਸਕਦਾ। ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ, ਮਨੁੱਖ ਸਮਾਜ ਵਿੱਚ ਰਹਿੰਦੇ ਹੀ ਆਪਣੀਆਂ ਲੋੜਾਂ ਅਤੇ ਸੁਪਨਿਆਂ ਨੂੰ ਵਾਸਤਵਿਕ ਰੂਪ ਦੇ ਸਕਦਾ ਹੈ ਅਤੇ ਸਮਾਜ ਹੀ ਉਸ ਨੂੰ ਵਿਅਕਤੀ ਦਾ ਰੂਪ ਦਿੰਦਾ ਹੈ। ਸਮਾਜ ਤੋਂ ਅਲੱਗ ਵਿਅਕਤੀ ਪਸ਼ੂ ਸਮਾਨ ਹੁੰਦੇ ਹਨ। ਜਿਵੇਂ ਕਿੰਗਸਲੇ ਡੇਵਿਸ ਨੇ ਆਪਣੀ ਬੁੱਕ ਮਨੁੱਖੀ ਸਮਾਜ ਹਿਊਮਨ ਸੁਸਾਇਟੀ ਵਿੱਚ ਕੁਝ ਜੰਗਲੀ ਘਟਨਾਵਾਂ ਦਾ ਹਵਾਲਾ ਦੇ ਕੇ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਸਮਾਜ ਅਤੇ ਵਿਅਕਤੀ ਅੰਤਰ ਨਿਰਭਰ ਹਨ। ਸਮਾਜ ਵਿਅਕਤੀ ਤੋਂ ਪਰੇ ਸਥਿਤ ਨਹੀਂ ਅਤੇ ਵਿਅਕਤੀਆਂ ਦਾ ਇਸ ਤੋਂ ਅਲੱਗ ਕੋਈ ਜੀਵਨ ਨਹੀਂ। ਪਹਿਲਾ ਹਵਾਲਾ 2 ਹਿੰਦੂ ਬੱਚਿਆਂ ਦਾ ਹੈ ਜਿਨ੍ਹਾਂ ਦੀ ਉਮਰ ਅਲੱਗ-ਅਲੱਗ 8 ਅਤੇ 2 ਸਾਲ ਦੀ ਹੈ। 1990 ਵਿੱਚ ਬਘਿਆੜ ਦੇ ਪੁਰਾਣੇ ਘਰ ਵਿੱਚੋਂ ਲੱਭੇ ਸਨ। ਛੋਟਾ ਬੱਚਾ ਮਿਲਣ 'ਤੇ ਥੋੜ੍ਹੀ ਦੇਰ ਬਾਅਦ ਹੀ ਮਰ ਗਿਆ, ਪਰੰਤੂ ਵੱਡੀ ਬੱਚੀ ਜਿਸ ਦਾ ਨਾਮ ਬਾਅਦ ਵਿੱਚ ਕਮਲਾ ਪਿਆ 1921 ਤੱਕ ਜਿਉਂਦੀ ਰਹੀ। ਉਸ ਵਕਤ ਕਮਲਾ ਵਿੱਚ ਮਨੁੱਖੀ ਵਤੀਰੇ ਜਾਂ ਵਿਵਹਾਰ ਦਾ ਕੋਈ ਚਿੰਨ੍ਹ ਨਹੀਂ ਸੀ। ਉਹ ਬਘਿਆੜ ਵਾਂਗ ਹੀ 4 ਹੱਥਾਂ ਪੈਰਾਂ 'ਤੇ ਚੱਲਦੀ ਸੀ ਅਤੇ ਬਘਿਆੜ ਵਾਂਗ ਘੁਰਕਣ ਤੋਂ ਸਿਵਾਏ ਉਸ ਦੀ ਕੋਈ ਹੋਰ ਬੋਲੀ ਨਹੀਂ ਸੀ। ਪਰੰਤੂ ਜਦੋਂ ਉਸ ਨੂੰ ਸਮਾਜ ਵਿੱਚ ਲਿਆਂਦਾ ਗਿਆ ਤਾਂ ਉਸ ਦੀ ਸਿਖਲਾਈ ਬੜੇ ਧਿਆਨ, ਪਿਆਰ ਅਤੇ ਹਮਦਰਦੀ ਨਾਲ ਕੀਤੀ ਗਈ। ਇਸ ਹਮਦਰਦੀ ਭਰੀ ਸਿਖਲਾਈ ਦਾ ਸਿੱਟਾ ਇਹ ਨਿਕਲਿਆ ਕਿ ਕਮਲਾ ਨੇ ਮਰਨ ਤੋਂ ਪਹਿਲਾਂ ਕੁਝ ਮਾਨਵੀ ਗੁਣ ਗ੍ਰਹਿਣ ਕੀਤੇ, ਜਿਵੇਂ ਕਿ ਮਨੁੱਖੀ ਬੋਲਚਾਲ, ਖਾਣ ਪੀਣ ਅਤੇ ਰਹਿਣ ਸਹਿਣ ਦੇ ਢੰਗ। ਇਸ ਤਰ੍ਹਾਂ ਪਹਿਲਾਂ ਇਸ ਲੜਕੀ ਵਿੱਚ ਮਾਨਵ ਆਤਮ ਭਾਵ ਨਹੀਂ ਸੀ, ਪਰੰਤੂ ਸਮਾਜ ਦੇ ਮੈਂਬਰ ਹੋਣ ਤੋਂ ਹੀ ਇਸ ਨੂੰ ਵਿਅਕਤੀਤਵ ਦਾ ਅਹਿਸਾਸ ਹੋ ਗਿਆ। ਇਸ ਤਰ੍ਹਾਂ ਸਪਸ਼ਟ ਹੈ ਕਿ ਸਮਾਜ ਹੀ ਮਨੁੱਖ ਨੂੰ ਸਮਾਜਿਕ ਪ੍ਰਾਣੀ ਦੇ ਰੂਪ ਵਿੱਚ ਦਿੰਦਾ ਹੈ, ਸਮਾਜਿਕ ਪ੍ਰਾਣੀ ਦਾ ਰੂਪ ਦਿੰਦਾ ਹੈ। ਮਨੁੱਖ ਪਸ਼ੂ ਤੋਂ ਮਾਨਵ ਬਣਨ ਲਈ ਸਮਾਜੀਕਰਨ ਦੀ ਪ੍ਰਕਿਰਿਆ ਵਿੱਚੋਂ ਗੁਜ਼ਰਦਾ ਹੈ। ਇਸ ਪ੍ਰਕਿਰਿਆ ਵਿੱਚ ਇਹ ਪ੍ਰਕਿਰਿਆ ਸਮਾਜ ਵਿੱਚ ਹੀ ਸੰਭਵ ਹੋ ਸਕਦੀ ਹੈ। ਇਸ ਤਰ੍ਹਾਂ ਦੂਜੇ ਪਾਸੇ ਸਮਾਜ ਦਾ ਸੰਕੇਤ ਉਸ ਦੇ ਮੈਂਬਰਾਂ ਤੋਂ ਹੈ। ਸਮਾਜ ਅਸਲ ਵਿੱਚ ਉਹਨਾਂ ਸਮਾਜਿਕ ਸੰਬੰਧਾਂ ਦਾ ਢਾਂਚਾ ਹੈ ਜੋ ਇਸ ਦੇ ਮੈਂਬਰ ਬਣਾਉਂਦੇ ਹਨ। ਚਾਰਲਸ ਕੂਲੇ ਨੇ ਠੀਕ ਹੀ ਕਿਹਾ ਹੈ ਕਿ ਜਦੋਂ ਅਸੀਂ ਸਮਾਜ ਅਤੇ ਵਿਅਕਤੀਆਂ ਦਾ ਜ਼ਿਕਰ ਕਰਦੇ ਹਾਂ ਤਾਂ ਅਸੀਂ ਵੱਖ-ਵੱਖ ਵਸਤਾਂ ਦੇ ਵਿਚਾਰ ਨਹੀਂ ਕਰਦੇ, ਪਰੰਤੂ ਇੱਕ ਹੀ ਵਸਤ ਦੇ ਵੱਖ-ਵੱਖ ਦ੍ਰਿਸ਼ਟੀਕੋਣਾਂ ਤੋਂ ਵਿਚਾਰ ਕਰਦੇ ਹਾਂ। ਜਦੋਂ ਕੋਈ ਸਮਾਜ ਵਿਗਿਆਨੀ ਸਮਾਜਿਕ ਜੀਵਨ ਨੂੰ ਉਹਨਾਂ ਇਕਾਈਆਂ ਦੇ ਦ੍ਰਿਸ਼ਟੀਕੋਣ ਤੋਂ ਵਾਚਦਾ ਹੈ ਜਿਨ੍ਹਾਂ ਨਾਲ ਉਹ ਬਣਿਆ ਹੈ ਤਾਂ ਉਹ ਵਿਅਕਤੀ ਨੂੰ ਵੇਖਦਾ ਹੈ। ਦੂਜੇ ਪਾਸੇ ਜਦੋਂ ਉਹ ਸਮੂਹਿਕ ਦੇ ਦ੍ਰਿਸ਼ਟੀਕੋਣ ਤੋਂ ਵੇਖਦਾ ਹੈ ਤਾਂ ਸਮਾਜ ਨੂੰ ਵੇਖਦਾ ਹੈ। ਇਸ ਤਰ੍ਹਾਂ ਪਰੰਤੂ ਕੁਝ ਵਿਦਵਾਨ ਹਨ ਜਿਹੜੇ ਉਪਰੋਕਤ ਵਿਚਾਰਾਂ ਨਾਲ ਸਹਿਮਤ ਨਹੀਂ ਹਨ, ਜਿਵੇਂ ਫਰਾਇਡ, J.S. ਮਿਲ, ਜੋ ਮਨੋਵਿਗਿਆਨ ਨੂੰ ਪ੍ਰਾਥਮਿਕ ਵਿਗਿਆਨ ਮੰਨਦੇ ਹਨ ਅਤੇ ਸਮਾਜ ਵਿਗਿਆਨ ਨੂੰ ਕੇਵਲ ਇੱਕ ਸ਼ਾਖਾ ਦੇ ਰੂਪ ਵਿੱਚ ਦੇਖਦੇ ਹਨ। ਇਹਨਾਂ ਵਿਦਵਾਨਾਂ ਦਾ ਕਹਿਣਾ ਹੈ ਕਿ ਸਮਾਜ ਤਾਂ ਕੇਵਲ ਮਨੁੱਖਾਂ ਦਾ ਇਕੱਠ ਮਾਤਰ ਹੈ। ਵਿਅਕਤਿਕ ਇੱਛਾ, ਉਦੇਸ਼, ਭਾਵਨਾ, ਵਿਚਾਰ, ਰਵੱਈਏ ਆਦਿ ਰਾਹੀਂ ਹੀ ਸਭ ਸਮਾਜਿਕ ਸੰਬੰਧ ਅਤੇ ਸੰਸਥਾਵਾਂ ਪ੍ਰਚਲਿਤ ਹੁੰਦੇ ਹਨ। ਸਮਾਜਿਕ ਘਟਨਾਵਾਂ ਮੂਲ ਰੂਪ ਵਿੱਚ ਵਿਅਕਤੀਤਵ ਘਟਨਾਵਾਂ ਹੀ ਹੁੰਦੀਆਂ ਹਨ ਅਤੇ ਸਮਾਜਿਕ ਨਿਯਮ ਵੀ ਮੂਲ ਰੂਪ ਵਿੱਚ ਵਿਅਕਤੀਗਤ ਵਿਹਾਰ ਦੇ ਨਿਯਮ ਹੀ ਹੁੰਦੇ ਹਨ। ਪਰੰਤੂ ਇਸ ਦੇ ਉਲਟ ਅਗਸਤ ਕੌਂਤ ਅਤੇ ਦੁਰਖਾਈਮ, ਜੋ ਸਮਾਜ ਵਿਗਿਆਨ ਨੂੰ ਮੂਲ ਵਿਗਿਆਨ ਅਤੇ ਮਨੋਵਿਗਿਆਨ ਨੂੰ ਇੱਕ ਸ਼ਾਖਾ ਮੰਨਦੇ ਹਨ, ਇਹਨਾਂ ਵਿਦਵਾਨਾਂ ਅਨੁਸਾਰ
ਸਮਾਜ ਕੇਵਲ ਵਿਅਕਤੀਆਂ ਦਾ ਇਕੱਠ ਮਾਤਰ ਨਹੀਂ ਹੈ, ਨਾ ਹੀ ਸਮਾਜਿਕ ਘਟਨਾਵਾਂ ਮੂਲ ਰੂਪ ਵਿੱਚ ਮਨੋਵਿਗਿਆਨਿਕ ਘਟਨਾਵਾਂ ਹੁੰਦੀਆਂ ਹਨ। ਵਿਅਕਤੀ ਤੋਂ ਵੱਖਰੀ ਸਮਾਜ ਦੀ ਆਪਣੀ ਸੁਤੰਤਰ ਹੋਂਦ ਹੈ ਅਤੇ ਉਸ ਦੇ ਗੁਣ ਉਹਨਾਂ ਵਿਅਕਤੀਆਂ ਦੇ ਗੁਣਾਂ ਤੋਂ ਵੱਖ ਹੁੰਦੇ ਹਨ ਜਿਨ੍ਹਾਂ ਤੋਂ ਮਿਲ ਕੇ ਉਹ ਬਣਿਆ ਹੈ। ਸਮਾਜ ਵਿਅਕਤੀਆਂ ਵਿੱਚ ਨਹੀਂ ਬਲਕਿ ਉਹਨਾਂ ਵਿਚਲੀਆਂ ਅੰਤਰਕਿਰਿਆਵਾਂ ਅਰਥਾਤ ਉਹਨਾਂ ਦੀ ਸਹਿਚਾਰਤਾ ਵਿੱਚ ਨਿਵਾਸ ਕਰਦਾ ਹੈ। ਇਸ ਤਰ੍ਹਾਂ ਇਸ ਵਿਚਾਰ ਦੇ ਵਿੱਚ ਵਿਸ਼ਵਾਸ ਰੱਖਣ ਵਾਲੇ ਵਿਅਕਤੀ ਨੂੰ ਨਹੀਂ ਬਲਕਿ ਸਮਾਜ ਨੂੰ ਪ੍ਰਾਥਮਿਕਤਾ ਦਿੰਦੇ ਹਨ। ਸਮਾਜ ਵਿਗਿਆਨ ਨੂੰ ਮਨੋਵਿਗਿਆਨ ਨਾਲੋਂ ਵਧੇਰੇ ਮਹੱਤਵਪੂਰਨ ਸਮਝਦੇ ਹਨ। ਅੱਗੇ ਅਸੀਂ ਦੇਖਦੇ ਹਾਂ ਮਨੋਵਿਗਿਆਨ ਦੀ ਸਮਾਜ ਵਿਗਿਆਨ ਨੂੰ ਦੇਣ। ਸਮਾਜ ਵਿਗਿਆਨ ਵਿੱਚ ਅਸੀਂ ਸਮਾਜਿਕ ਸੰਬੰਧਾਂ ਦਾ ਅਧਿਐਨ ਕਰਦੇ ਹਾਂ, ਲੇਕਿਨ ਸਮਾਜਿਕ ਸੰਬੰਧ ਹਮੇਸ਼ਾ ਘੱਟ ਤੋਂ ਘੱਟ ਦੋ ਵਿਅਕਤੀਆਂ ਵਿੱਚ ਹੁੰਦੇ ਹਨ। ਅਸੀਂ ਵਿਅਕਤੀਆਂ ਦੇ ਵਤੀਰੇ ਨੂੰ ਸਮਝੇ ਬਿਨਾਂ ਇਹਨਾਂ ਸਮਾਜਿਕ ਸੰਬੰਧਾਂ ਨੂੰ ਨਹੀਂ ਸਮਝ ਸਕਦੇ, ਕਿਉਂਕਿ ਵਿਅਕਤੀ ਦੀਆਂ ਮਾਨਸਿਕ ਅਤੇ ਸਰੀਰਕ ਲੋੜਾਂ ਜਾਂ ਉਹਨਾਂ ਦੇ ਆਸ-ਪਾਸ ਜਾਂ ਉਹਨਾਂ ਦੀਆਂ ਰੀਝਾਂ, ਆਸਾਂ, ਸਹਿਯੋਗ ਅਤੇ ਸੰਘਰਸ਼ ਦੀਆਂ ਭਾਵਨਾਵਾਂ ਜੋ ਕਿ ਸਮਾਜਿਕ ਸੰਬੰਧਾਂ ਦਾ ਨਿਰਮਾਣ ਕਰਦੀਆਂ ਹਨ। ਮਨੋਵਿਗਿਆਨ ਮਨੁੱਖ ਦੀਆਂ ਇਹਨਾਂ ਮਾਨਸਿਕ ਪ੍ਰਕਿਰਿਆਵਾਂ ਅਰਥਾਤ ਵਿਚਾਰਾਂ ਅਤੇ ਅਨੁਭਵਾਂ ਦਾ ਸੂਖਮ ਵਿਸ਼ਲੇਸ਼ਣ ਕਰਦਾ ਹੈ। ਮਨੋਵਿਗਿਆਨੀ ਦੀ ਖੋਜ ਮੂਲ ਪ੍ਰਵਿਰਤੀ, ਹਮਦਰਦੀ, ਸੁਝਾਅ ਆਦਿ ਦੁਆਰਾ ਮਨੁੱਖੀ ਵਿਵਹਾਰ ਨੂੰ ਵਧੇਰੇ ਆਸਾਨੀ ਨਾਲ ਸਮਝ ਸਕਦੀ ਹੈ। ਇਸ ਲਈ ਸਮਾਜ ਵਿਗਿਆਨੀ ਨੂੰ ਸਮਾਜਿਕ ਵਿਵਹਾਰ, ਸਮਾਜਿਕ ਸੰਬੰਧਾਂ ਅਤੇ ਅੰਤਰਕਿਰਿਆਵਾਂ ਦੀ ਵਾਸਤਵਿਕਤਾ ਨੂੰ ਸਮਝਣ ਲਈ ਮਨੋਵਿਗਿਆਨ ਦੀ ਸਹਾਇਤਾ ਲੈਣੀ ਪੈਂਦੀ ਹੈ। ਅਜਿਹਾ ਕਰਨ ਲਈ ਵਿਸ਼ੇਸ਼ ਕਰਕੇ ਇਸ ਦੀ ਸ਼ਾਖਾ ਸਮਾਜਿਕ ਮਨੋਵਿਗਿਆਨ ਵਧੇਰੇ ਸਹਾਈ ਸਿੱਧ ਹੁੰਦੀ ਹੈ, ਜੋ ਮਨੁੱਖ ਨੂੰ ਸਮਾਜਿਕ ਪਰਿਸਥਿਤੀਆਂ ਵਿੱਚ ਰੱਖ ਕੇ ਉਸ ਦੇ ਵਿਅਕਤੀਤਵ, ਅਨੁਭਵਾਂ, ਵਿਵਹਾਰਾਂ ਦੇ ਪ੍ਰਤੀਮਾਨਾਂ ਅਤੇ ਉਸ ਦੀ ਵਿਅਕਤੀਤਵ ਦਾ ਅਧਿਐਨ ਕਰਦੀ ਹੈ। ਸਮਾਜਿਕ ਮਨੋਵਿਗਿਆਨ ਸਾਮਾਨਿਆ ਮਨੋਵਿਗਿਆਨ ਦੇ ਸਿਧਾਂਤਾਂ ਨੂੰ ਸਮਾਜਿਕ ਸੰਬੰਧਾਂ ਦੇ ਖੇਤਰ ਵਿੱਚ ਪ੍ਰਵੇਸ਼ ਕਰਵਾ ਕੇ ਜੋ ਗਿਆਨ ਪ੍ਰਾਪਤ ਕਰਦਾ ਹੈ, ਉਸ ਤੋਂ ਸਾਮਾਨਿਆ ਮਨੋਵਿਗਿਆਨ ਅਤੇ ਸਮਾਜ ਵਿਗਿਆਨ ਦੋਵੇਂ ਹੀ ਲਾਭ ਉਠਾਉਂਦੇ ਹਨ। ਸਮਾਜ ਵਿਗਿਆਨੀ ਇਹ ਸਵੀਕਾਰ ਕਰਦੇ ਹਨ ਕਿ ਸਮਾਜਿਕ ਬਣਤਰ ਵਿੱਚ ਹੋਣ ਵਾਲੇ ਪਰਿਵਰਤਨਾਂ ਨੂੰ ਸਮਝਣ ਲਈ ਮਨੋਵਿਗਿਆਨਿਕ ਆਧਾਰ ਬਹੁਤ ਮਹੱਤਵਪੂਰਨ ਹੈ। ਵੈਬਰ ਨੇ ਇਸ ਸੱਚਾਈ ਨੂੰ ਅਨੁਭਵ ਕਰਦਿਆਂ ਕਿਹਾ, ਕਿਸੇ ਵੀ ਸਮਾਜਿਕ ਘਟਨਾ ਦਾ ਕਾਰਨ ਕਿਸੇ ਹੋਰ ਸਮਾਜਿਕ ਘਟਨਾ ਵਿੱਚ ਲੱਭਣ ਦੇ ਨਾਲ-ਨਾਲ ਵਿਅਕਤੀਆਂ ਦੇ ਅਰਥਾਂ ਅਤੇ ਆਸ਼ਾਵਾਂ ਵਿੱਚੋਂ ਲੱਭਣਾ ਚਾਹੀਦਾ ਹੈ। ਨੈਕਸਟ ਹੈ ਸਮਾਜ ਵਿਗਿਆਨ ਦੀ ਮਨੋਵਿਗਿਆਨ ਨੂੰ ਦੇਣ। ਮਨੋਵਿਗਿਆਨ ਨੂੰ ਮਨੁੱਖੀ ਵਿਵਹਾਰ ਅਤੇ ਸੁਭਾਅ ਤੋਂ ਚੰਗੀ ਤਰ੍ਹਾਂ ਸਮਝਣ ਲਈ ਸਮਾਜ ਵਿਗਿਆਨ ਉੱਤੇ ਨਿਰਭਰ ਰਹਿਣਾ ਪੈਂਦਾ ਹੈ, ਕਿਉਂਕਿ ਮਨੁੱਖ ਜਿਸ ਸਮਾਜ ਵਿੱਚ ਰਹਿੰਦਾ ਹੈ ਉਸ ਦੀ ਸੰਰਚਨਾ ਅਤੇ ਸੰਸਕ੍ਰਿਤੀ ਦੇ ਬਾਰੇ ਵਿੱਚ ਜ਼ਰੂਰੀ ਜਾਣਕਾਰੀ ਸਮਾਜ ਵਿਗਿਆਨ ਹੀ ਦਿੰਦਾ ਹੈ। ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ। ਪਸ਼ੂ ਪੰਛੀਆਂ ਦੀ ਸੰਤਾਨ ਨੂੰ ਜਿਉਂਦਾ ਰਹਿਣ ਵਾਸਤੇ ਆਪਣੇ ਮਾਪਿਆਂ ਜਾਂ ਸਮਾਜ ਉੱਤੇ ਨਿਰਭਰ ਰਹਿਣਾ ਪੈਂਦਾ ਹੈ, ਪਰੰਤੂ ਮਨੁੱਖੀ ਸੰਤਾਨ ਨੂੰ ਇਹਨਾਂ ਨਾਲੋਂ ਵਧੇਰੇ ਜਿਉਂਦਾ ਰਹਿਣ ਲਈ ਆਪਣੇ ਮਾਪਿਆਂ ਅਤੇ ਸਮਾਜ ਉੱਪਰ ਨਿਰਭਰ ਰਹਿਣਾ ਪੈਂਦਾ ਹੈ। ਇਸ ਤਰ੍ਹਾਂ ਸਮਾਜ ਵਿੱਚ ਹੀ ਸਮਾਜੀਕਰਨ ਦੀ ਪ੍ਰਕਿਰਿਆ ਰਾਹੀਂ ਮਨੁੱਖ ਵਿੱਚ ਮਾਨਵੀ ਗੁਣਾਂ ਦਾ ਵਿਕਾਸ ਹੁੰਦਾ ਹੈ। ਹਰੇਕ ਸਮਾਜ ਵਿੱਚ ਪਰਿਸਥਿਤੀਆਂ ਦੇ ਨਾਲ ਅਨੁਕੂਲਨ ਸਥਾਪਿਤ ਕਰਨ ਦੇ ਲਈ ਕੁਝ ਤਰੀਕੇ ਪ੍ਰਚਲਿਤ ਰਹਿੰਦੇ ਹਨ, ਜੋ ਪ੍ਰਥਾਵਾਂ, ਰੂੜੀਆਂ, ਸੰਸਥਾਵਾਂ, ਪਰੰਪਰਾਵਾਂ ਆਦਿ ਦੇ ਰੂਪ ਵਿੱਚ ਪੀੜ੍ਹੀ ਦਰ ਪੀੜ੍ਹੀ ਸੰਚਾਰ ਹੁੰਦੇ ਰਹਿੰਦੇ ਹਨ। ਹਰੇਕ ਉਸ ਵਿਅਕਤੀ ਲਈ ਜੋ ਉਸ ਸਮਾਜ ਵਿੱਚ ਜਨਮ ਲੈਂਦਾ ਹੈ, ਇਹ ਜ਼ਰੂਰੀ ਹੋ ਜਾਂਦਾ ਹੈ ਕਿ ਉਹ ਉਹਨਾਂ ਤਰੀਕਿਆਂ ਨੂੰ ਸਿੱਖੇ, ਕਿਉਂਕਿ ਉਹਨਾਂ ਨੂੰ ਸਿੱਖੇ ਬਿਨਾਂ ਉਹ ਨਾ ਤਾਂ ਆਪਣੀਆਂ ਲੋੜਾਂ ਪੂਰੀਆਂ ਕਰ ਸਕਦਾ ਹੈ ਅਤੇ ਨਾ ਹੀ ਸਮਾਜ ਦੇ ਜੀਵਨ ਵਿੱਚ ਸਕਿਰਿਆ ਰੂਪ ਵਿੱਚ ਨਾਲ ਭਾਗ ਲੈ ਸਕਦਾ ਹੈ। ਭਾਵੇਂ ਮੁੱਢ ਵਿੱਚ ਮਨੁੱਖ ਇਹਨਾਂ ਤਰੀਕਿਆਂ ਨੂੰ ਨਕਲ, ਸੁਝਾਅ, ਸੰਕੇਤ ਆਦਿ ਅਤੇ ਹਮਦਰਦੀ ਰਾਹੀਂ ਸਿੱਖਦਾ ਹੈ, ਪਰੰਤੂ ਇਹਨਾਂ ਦੇ ਨਾਲ-ਨਾਲ ਵਿਅਕਤੀ ਦੇ ਜੀਵਨ ਦੀਆਂ ਵੱਖ-ਵੱਖ ਸਤਰਾਂ ਉੱਤੇ ਉਸ ਨੂੰ ਅਨੇਕਾਂ ਸੰਸਥਾਵਾਂ ਅਤੇ ਸਮੂਹ ਵੀ ਪ੍ਰਭਾਵਿਤ ਕਰਦੇ ਹਨ। ਬਰਨਾਰਡ ਨੇ ਲਿਖਿਆ ਹੈ ਕਿ ਵਿਅਕਤੀ ਦੇ ਅਨੁਭਵ ਅਤੇ ਉਸ ਦੇ ਵਿਵਹਾਰਾਂ
ਦੇ ਪ੍ਰਤੀਮਾਨ ਕੇਵਲ ਉਸ ਦੀਆਂ ਸਰੀਰਕ ਮਾਨਸਿਕ ਯੋਗਤਾਵਾਂ ਹੀ ਨਿਰਧਾਰਿਤ ਨਹੀਂ ਕਰਦੇ, ਸਗੋਂ ਉਹ ਉਸ ਦੀਆਂ ਸਮਾਜਿਕ ਪਰਿਸਥਿਤੀਆਂ ਦੁਆਰਾ ਵੀ ਨਿਰਧਾਰਿਤ ਹੁੰਦੇ ਹਨ। ਰਾਲਫ ਲਿੰਟਨ ਅਤੇ ਅਬਰਾਹਮ ਦੀਆਂ ਖੋਜਾਂ ਇਹ ਸਾਬਿਤ ਕਰਦੀਆਂ ਹਨ ਕਿ ਹਰ ਇੱਕ ਸੰਸਕ੍ਰਿਤੀ ਇੱਕ ਬੁਨਿਆਦੀ ਵਿਅਕਤੀਤਵ ਬਣਾਉਂਦੀ ਹੈ ਅਤੇ ਇਹ ਬੁਨਿਆਦੀ ਵਿਅਕਤੀਤਵ ਮਾਨਸਿਕ ਰੁਚੀਆਂ ਦੇ ਕਾਰਨ ਹੀ ਨਹੀਂ, ਸਗੋਂ ਬਚਪਨ ਦੇ ਸੰਸਕ੍ਰਿਤਿਕ ਅਨੁਭਵਾਂ ਦਾ ਨਤੀਜਾ ਹੁੰਦਾ ਹੈ। ਇਸ ਤਰ੍ਹਾਂ ਮਨੁੱਖ ਦੀਆਂ ਮਾਨਸਿਕ ਕਿਰਿਆਵਾਂ ਦੇ ਅਤੇ ਵਿਵਹਾਰ ਦਾ ਇੱਕ ਸਮਾਜਿਕ ਆਧਾਰ ਜਾਂ ਸਮਾਜਿਕ ਸਤੰਭ ਹੁੰਦਾ ਹੈ। ਮਨੋਵਿਗਿਆਨੀ ਲਈ ਮਨੁੱਖ ਦੇ ਵਿਵਹਾਰ, ਮਾਨਸਿਕ ਕਿਰਿਆਵਾਂ ਆਦਿ ਦੀ ਅਸਲੀਅਤ ਨੂੰ ਸਮਝਣ ਲਈ ਇਹ ਜ਼ਰੂਰੀ ਹੈ ਕਿ ਉਹ ਸਮਾਜਿਕ ਸਤੰਭ ਵਿੱਚ ਅਰਥਾਤ ਉਹਨਾਂ ਸਮਾਜਿਕ ਪਰਿਸਥਿਤੀਆਂ, ਸਮਾਜਿਕ ਵਾਤਾਵਰਣ ਅਤੇ ਸੰਸਕ੍ਰਿਤੀ ਬਾਰੇ ਗਿਆਨ ਪ੍ਰਾਪਤ ਕਰੇ ਜਿਨ੍ਹਾਂ ਵਿੱਚ ਉਸਦਾ ਵਿਅਕਤੀਤਵ ਬਣਦਾ ਅਤੇ ਢਲਦਾ ਹੈ। ਇਹ ਸਭ ਵਿਸ਼ੇ ਸਮਾਜ ਵਿਗਿਆਨ ਦੇ ਅਧਿਐਨ ਖੇਤਰ ਵਿੱਚ ਸ਼ਾਮਿਲ ਹਨ। ਇਸ ਲਈ ਅਜਿਹੇ ਗਿਆਨ ਬਾਰੇ ਜਾਣਕਾਰੀ ਪ੍ਰਾਪਤ ਕਰਨ ਲਈ ਮਨੋਵਿਗਿਆਨੀਆਂ ਨੂੰ ਸਮਾਜ ਵਿਗਿਆਨਿਕ ਗਿਆਨ ਉੱਤੇ ਨਿਰਭਰ ਹੋਣਾ ਪੈਂਦਾ ਹੈ। ਮੈਕਾਈਵਰ ਨੇ ਠੀਕ ਹੀ ਕਿਹਾ, ਸਮਾਜ ਵਿਗਿਆਨ ਦੇ ਅਧਿਐਨ ਵਿੱਚ ਮਨੋਵਿਗਿਆਨ ਦਾ ਗਿਆਨ ਓਨਾ ਹੀ ਜ਼ਰੂਰੀ ਹੁੰਦਾ ਹੈ ਜਿੰਨਾ ਕਿ ਮਨੋਵਿਗਿਆਨ ਦੇ ਅਧਿਐਨ ਵਿੱਚ ਸਮਾਜ ਵਿਗਿਆਨ ਦਾ। ਇਸ ਤਰ੍ਹਾਂ ਅਸੀਂ ਦੇਖਦੇ ਹਾਂ ਦੋਵੇਂ ਵਿਗਿਆਨ ਇੱਕ ਦੂਜੇ ਉੱਤੇ ਅੰਤਰ ਨਿਰਭਰ ਹੀ ਨਹੀਂ, ਸਗੋਂ ਇੱਕ ਦੂਜੇ ਦੇ ਪੂਰਕ ਹਨ। ਦੋਨਾਂ ਵਿਗਿਆਨਾਂ ਵਿੱਚੋਂ ਕੋਈ ਵੀ ਇੱਕ ਵਿਗਿਆਨ ਦੂਸਰੇ ਦੇ ਖੇਤਰ ਵਿੱਚ ਜਾਏ ਬਿਨਾਂ ਆਪਣੇ ਵਿਸ਼ੇਸ਼ ਵਿਸ਼ੇ ਦਾ ਪੂਰਨ ਅਧਿਐਨ ਨਹੀਂ ਕਰ ਸਕਦਾ। ਮਨੋਵਿਗਿਆਨ ਨੂੰ ਮਨੁੱਖ ਦੀਆਂ ਮਾਨਸਿਕ ਪ੍ਰਕਿਰਿਆਵਾਂ ਦੀ ਵਾਸਤਵਿਕਤਾ ਨੂੰ ਸਮਝਣ ਲਈ ਸਮਾਜ ਵਿਗਿਆਨ ਦੇ ਗਿਆਨ ਉੱਤੇ ਨਿਰਭਰ ਰਹਿਣਾ ਪੈਂਦਾ ਹੈ। ਉਸੇ ਤਰ੍ਹਾਂ ਸਮਾਜਿਕ ਵਿਵਹਾਰਾਂ, ਸਮਾਜਿਕ ਸੰਬੰਧਾਂ ਅਤੇ ਅੰਤਰ ਕਿਰਿਆਵਾਂ ਬਾਰੇ ਸਹੀ ਗਿਆਨ ਪ੍ਰਾਪਤ ਕਰਨ ਲਈ ਸਮਾਜ ਵਿਗਿਆਨੀ ਨੂੰ ਮਨੋਵਿਗਿਆਨਿਕ ਖੋਜਾਂ 'ਤੇ ਨਿਰਭਰ ਰਹਿਣਾ ਪੈਂਦਾ ਹੈ। ਇਹ ਤਾਂ ਸੀ ਅੱਜ ਦਾ ਲੈਕਚਰ, ਸਮਾਜ ਵਿਗਿਆਨ ਅਤੇ ਮਨੋਵਿਗਿਆਨ ਵਿੱਚ ਸੰਬੰਧ, ਸਮਾਜ ਵਿਗਿਆਨ ਅਤੇ ਮਨੋਵਿਗਿਆਨ ਦੀ ਇੱਕ ਦੂਜੇ ਨੂੰ ਦੇਣ। ਅਗਲੇ ਲੈਕਚਰ ਦੇ ਵਿੱਚ ਦੋਨਾਂ ਸਮਾਜਿਕ ਵਿਗਿਆਨਾਂ ਵਿੱਚ ਕੀ ਅੰਤਰ ਹੈ ਉਹ ਅਸੀਂ ਡਿਸਕਸ ਕਰਾਂਗੇ। ਜੇਕਰ ਲੈਕਚਰ ਸਮਝ ਆ ਰਹੇ ਨੇ, ਤੁਹਾਡੀ ਹੈਲਪ ਹੋ ਰਹੀ ਹੈ ਸਟੱਡੀ ਦੇ ਵਿੱਚ, ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਲੈਕਚਰ ਨੇ ਜਿਹੜੇ ਉਹ ਆਪਣੇ ਕਲਾਸਮੇਟਸ ਦੇ ਨਾਲ ਸ਼ੇਅਰ ਜ਼ਰੂਰ ਕਰਿਆ ਕਰੋ। ਥੈਂਕ ਯੂ।